ਸਤਨਾਮ ਸ੍ਰੀ ਵਾਹਿਗੁਰੂ ਜੀ। ਪੁਜ ਬਲਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੁ ਅੰਗੁਰੀਆ, ਗਰਤ ਪਰਤ ਗਹਿ ਲਿਹੁ ਅੰਗੁਰੀਆ। ਸ਼ਰਵਨ ਨਾ ਸੁਰਤ ਨੈਣ ਸੁੰਦਰ ਨਹੀਂ, ਸ਼ਰਵਨ ਨਾ ਸੁਰਤ ਨੈਣ ਸੁੰਦਰ ਨਹੀਂ। ਆਰਤ ਦਵਾਰ ਰਟਤ ਪਿੰਗੁਰੀਆ, ਆਰਤ ਦਵਾਰ ਰਟਤ ਪਿੰਗੁਰੀਆ। ਦੀਨਾਨਾਥ ਅਨਾਥ ਕਰੁਣਾ ਮੈਂ, ਦੀਨਾਨਾਥ ਅਨਾਥ ਕਰੁਣਾ ਮੈਂ। ਸਾਜਨ ਮੀਤ ਪਿਤਾ ਮਹਿ ਤਰੀਆ, ਸਾਜਨ ਮੀਤ ਪਿਤਾ ਮਹਿ ਤਰੀਆ। ਚਰਨ ਕਮਲ ਹਿਰਦੈ ਗਹਿ ਨਾਨਕ, ਚਰਨ ਕਮਲ ਹਿਰਦੈ ਗਹਿ ਨਾਨਕ। ਭੈ ਸਾਗਰ ਸੰਤ ਪਾਰ ਉਤਰੀਆ, ਭੈ ਸਾਗਰ ਸੰਤ ਪਾਰ ਉਤਰੀਆ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਓਟ ਗਹੀ ਮੈਂ ਤੇਰੀ। ਨਾ ਤੁਮ ਡੁਲਹੁ ਨਾ ਹਮ ਗਿਰਤੇ, ਨਾ ਤੁਮ ਡੋਲਹੁ ਨਾ ਹਮ ਗਿਰਤੇ। ਰਖ ਲੀਨੀ ਹਰ ਮੇਰੀ, ਰਖ ਲੀਨੀ ਹਰ ਮੇਰੀ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਾਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵਿਸਰਿਆ, ਜਿਨ ਤੂ ਨਾਹੀ ਵਿਸਰਿਆ।
ਸਤਨਾਮ ਵਾਹਿਗੁਰੂ ਜੀ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ। ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ। ਨਾਨਕ ਤਾਕੈ ਲਾਗੋ ਪਾਏ। ਸੇ ਸਿਮਰਹਿ ਜਿਨ ਆਪ ਸਿਮਰਾਏ। ਨਾਨਕ ਤਾਕੈ ਲਾਗੋ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਚੌਰ ਛਤਰ ਤਖਤ ਤੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਪ੍ਰਾਪਤ ਕਰੇ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਮਿਹਰਾਮਤ ਕਰਕੇ ਸਾਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਇਹ ਅਮੋਲਕ ਘੜੀਆਂ ਬਖਸ਼ੀਆਂ ਨੇ। ਆਓ ਪਿਆਰਿਓ, ਜੇ ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਸਰੀਰ ਦੀ ਹਾਜ਼ਰੀ ਦੀ ਦਾਤ ਬਖਸ਼ੀ ਹੈ, ਮਹਾਰਾਜ ਸਾਹਿਬ ਜੀ ਦੇ ਅੱਗੇ ਨਮਸਕਾਰ ਕਰੀਏ। ਸਤਿਗੁਰੂ ਪਾਤਸ਼ਾਹ ਦੀਨ ਦਿਆਲ ਪਤਿਤ ਪਾਵਨ ਕਰੁਣਾ ਨਿਧਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਹੋ ਦਇਆਲ ਮੇਰਾ ਮਨ ਲਾਵੋ। ਪਿਆਰਿਓ, ਕੁਝ ਕੁ ਦਿਨਾਂ ਤੋਂ ਇਸ ਸਥਾਨ ਵਿਖੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਭਰੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਦੀ ਪ੍ਰਾਰੰਭਤਾ ਗੁਰੂ ਕਿਰਪਾ ਦੇ ਨਾਲ ਹੋਈ ਹੈ। ਆਓ ਪਿਆਰਿਓ, ਹੁਣ ਵੇਲਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਦੀ। ਮੈਂ ਬੇਨਤੀ ਕਰਾਂ, ਸੁਖਮਨੀ ਸਾਹਿਬ ਜੀ ਦਾ ਪਾਠ ਭਾਵੇਂ ਘਰਾਂ ਵਿੱਚ ਵੀ ਅਸੀਂ ਕਰਦੇ ਹਾਂ, ਸੰਗਤ ਵਿੱਚ ਬੈਠ ਕੇ ਵੀ ਕਰਦੇ ਹਾਂ, ਤੁਰਦਿਆਂ ਫਿਰਦਿਆਂ ਵੀ ਜਿਨ੍ਹਾਂ ਗੁਰਮੁਖਾਂ ਨੂੰ ਕੰਠ ਹੈ ਉਹ ਕਰਦੇ ਨੇ। ਪਰ ਮੈਂ ਬੇਨਤੀ ਕਰਾਂ, ਜੋ ਹੁਣ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਨਾ, ਇਹ ਬੜੇ ਸਹਿਜ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਹੈ। ਇੱਕ ਇੱਕ ਵਿਚਾਰ, ਇੱਕ ਇੱਕ ਤੁਕ ਨੂੰ ਸਰਵਣ ਕਰਨਾ, ਉਸ ਤੁਕ ਦੀ ਵਿਚਾਰ ਨੂੰ ਵਾਰ-ਵਾਰ ਆਪਣੇ ਮਨ ਦੇ ਵਿੱਚ ਸਾਹਮਣੇ ਲੈ ਕੇ ਆਉਣਾ, ਇਹ ਵੀ ਇੱਕ ਸਹਿਜ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਪਾਂ ਕਰ ਰਹੇ ਹਾਂ। ਇੱਕ ਇੱਕ ਤੁਕ ਦੇ ਉੱਤੇ ਟਿਕ ਟਿਕ ਕੇ
ਜੋ ਉਸ ਤੁਕ ਦੇ ਵਿੱਚ, ਜੋ ਉਸ ਪੰਕਤੀ ਵਿੱਚ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਉਹਦੀ ਵਿਚਾਰ ਕਰ ਕਰਕੇ। ਸੋ ਆਓ ਪਿਆਰਿਓ, ਇਹ ਅੰਮ੍ਰਿਤ ਰੂਪ ਹੈ ਸੁਖਮਨੀ ਸਾਹਿਬ ਜੀ ਦਾ ਪਾਵਨ ਪਾਠ। ਆਪਣੀ ਸੁਰਤੀ ਬਿਰਤੀ ਨੂੰ ਸ਼੍ਰੀ ਰਾਮਸਰ ਸਾਹਿਬ ਦੀ ਧਰਤੀ ਤੇ ਲੈ ਕੇ ਜਾਈਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੇਰ ਸਾਹਿਬ ਜੀ ਦੇ ਥੱਲੇ ਬੈਠੇ ਨੇ, ਬਿਰਾਜ ਰਹੇ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਅੰਮ੍ਰਿਤ ਦੇ ਝਰਨੇ ਚੱਲਦੇ ਪਏ ਨੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਦੇ ਪਏ ਨੇ। ਸਤਿਕਾਰਯੋਗ ਭਾਈ ਗੁਰਦਾਸ ਜੀ ਉਸ ਬਾਣੀ ਨੂੰ ਕਲਮ ਦੇ ਨਾਲ ਕਾਗਜ਼ ਉੱਤੇ ਅੰਕਿਤ ਕਰੀ ਜਾ ਰਹੇ ਨੇ। ਆਓ ਪਿਆਰਿਓ, ਸੁਰਤੀਆਂ ਰਾਮਸਰ ਸਾਹਿਬ ਟਿਕਾ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰਵਣ ਦਰਸ਼ਨ ਕਰਦਿਆਂ ਹੋਇਆਂ ਇਹ ਬਾਣੀ ਜੋ ਧੰਨ ਗੁਰੂ ਅਰਜਨ ਦੇਵ ਜੀ ਦਾ ਸੀਨਾ ਸਰੂਪ ਹੈ, ਹਿਰਦਾ ਸਰੂਪ ਹੈ, ਇਸ ਬਾਣੀ ਦੀ ਵਿਚਾਰ ਨੂੰ ਸਰਵਣ ਕਰਨਾ ਕਰੀਏ। ਸਾਰੀ ਸੰਗਤ ਆਪਣੇ ਅੰਦਰ ਨੂੰ ਟਿਕਾ ਕੇ ਸਤਨਾਮ ਦਾ ਜਾਪ ਕਰਨਾ ਜੀ। ਸਾਰੀ ਸੰਗਤ ਆਖਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ ਪਿਆਰਿਓ। ਜਿਸ ਦੇ ਅੰਦਰ ਸਿਮਰਨ ਦੀ ਰਹਿਮਤ ਵਰਤਦੀ ਹੈ ਉਸ ਦਾ ਜਨਮ ਮਰਨ ਦਾ ਦੁੱਖ ਗੁਰੂ ਪੂਰਾ ਮਿਟਾ ਦਿੰਦਾ ਹੈ। ਜਿਸ ਦੇ ਅੰਦਰ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਸਮੇਂ ਉੱਤੇ ਤੇ ਮੌਤ ਉੱਤੇ ਫਤਿਹ ਪਾ ਲੈਂਦਾ ਹੈ। ਜਿਸ ਦੇ ਅੰਦਰ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ ਉਹਦੇ ਦੁਸ਼ਮਣ ਸਿਰ ਤੋਂ ਟਲ ਜਾਂਦੇ ਨੇ। ਜਿਸ ਦੇ ਅੰਦਰ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ ਜ਼ਿੰਦਗੀ ਵਿੱਚੋਂ ਵਿਘਨ ਦੂਰ ਹੋ ਜਾਂਦੇ ਨੇ। ਜਿਸ ਦੇ ਅੰਦਰ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ ਦਿਨ ਰਾਤ ਇੱਕ ਰਸ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਉਹ ਜਾਗਦਾ ਹੀ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੱਲ ਬਖਸ਼ਿਸ਼ਾਂ ਕੀਤੀਆਂ ਸੀ। ਜਿਸ ਦੇ ਅੰਦਰ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ ਉਸ ਮਨੁੱਖ ਨੂੰ ਰੱਤੀ ਮਾਤਰ ਵੀ ਕੋਈ ਦੁਨਿਆਵੀ ਡਰ ਜਿਹੜਾ ਵਿਆਪਦਾ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰਦੇ ਸਨ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ। ਜਿਸ ਦੇ ਅੰਦਰ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ ਉਸ ਨੂੰ ਕੋਈ ਦੁਨੀਆ ਦਾ ਦੁੱਖ ਜਿਹੜਾ ਪੋਹ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ ਕਿ ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਸਿਮਰਨ ਦੀ ਜਾਗ ਜਿਹੜੀ ਆ ਉਹ ਅੰਦਰ ਲੱਗਦੀ ਹੈ। ਸਰਬ ਨਿਧਾਨ ਨਾਨਕ ਹਰ ਰੰਗ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੇ ਪਿਆਰ ਵਿੱਚੋਂ ਸਾਰੇ ਦੁਨੀਆ ਦੇ ਖਜ਼ਾਨੇ ਮਿਲਦੇ ਨੇ। ਖੈਰ ਆਓ, ਜੋ ਅੱਜ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਅੰਦਰ ਸਿਮਰਨ ਦੀ ਰੌਂ ਜਿਹੜੀ ਆ ਇੱਕ ਰਸ ਚੱਲਦੀ ਹੈ ਨਾ, ਸਿਮਰਨ ਕਰਨ ਵਾਲਿਆਂ ਦੇ ਮਗਰ ਮਗਰ ਇਹ ਦੁਨਿਆਵੀ ਜਿਹੜੀਆਂ ਸ਼ਕਤੀਆਂ ਤੇ ਜਿਹਨੂੰ ਆਪਾਂ ਕਹਿੰਦੇ ਰਿੱਧੀਆਂ ਸਿੱਧੀਆਂ ਤੇ ਨਿੱਧੀਆਂ, ਉਹਨੂੰ ਸਮਝ ਲਈਏ ਰਿੱਧੀ ਹੁੰਦੀ ਕੀ ਹੈ। ਰਿੱਧੀ ਹੁੰਦੀ ਹੈ ਜਿੱਥੇ ਅੰਨ ਦੀ ਟੋਟ ਨਹੀਂ ਆਉਂਦੀ, ਬਰਕਤ ਹੋ ਜਾਣੀ। ਤੇ ਸਿੱਧੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਭਾਵੇਂ 18 ਵੀ ਲਿਖੀਆਂ ਨੇ, 8 ਮੁੱਖ ਸਿੱਧੀਆਂ ਨੇ ਜਿਨ੍ਹਾਂ ਨੂੰ ਅਸ਼ਟ ਸਿੱਧੀ ਕਿਹਾ ਜਾਂਦਾ ਹੈ। ਆਣੇਮਾ ਮਹਿਮਾ ਇਹ ਆਦਿਕ ਜਿਹੜੀਆਂ ਨੇ, ਸਰੀਰ ਨੂੰ ਵੱਡਿਆਂ ਕਰ ਲੈਣਾ, ਸਰੀਰ ਨੂੰ ਛੋਟਿਆਂ ਕਰ ਲੈਣਾ, ਇਹ 8 ਮੁੱਖ ਸਿੱਧੀਆਂ ਨੇ। ਤੇ ਫਿਰ 18 ਸਿੱਧੀਆਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹ ਅੰਕਿਤ ਆਉਂਦਾ ਹੈ। ਤੇ
नौ निधियां जड़ियां ने गुरु के प्यारिओ सोना चांदी आदि ये नौ निधियां जड़ियां मन्नियां जांदियां ने। जो धन गुरु अर्जन देव जी महाराज सच्चे पातशाह जी कह रहे हैं ना, मेरे चित्त के अंदर परमेश्वर का सिमरन वस जाएगा ना, जो एक एक सवास दे विच ओदी याद वस जाएगी। धन गुरु अर्जन देव जी महाराज कहते दुनिया के लोग जिहड़े आ वो भज्जे फिरदे आ इन्हां शक्तियां दे मगर, पर धन गुरु ग्रंथ साहिब जी महाराज कहते नवनिधि 18 सिद्धि पिछे लगियां फिरै, जो हर हिरदै सदा वसाए। जिस तरह गुरु के प्यारिओ जिथे राजा जाता है ना, जिस महल के अंदर राजा पैर रखता आ, उस महल के अंदर एहलकार टहलकार जिन्ने भी संतरी आ उस राजे दे नाल महल दे विच प्रवेश करते आ, वाजे वजाउंदे आ उस राजे की आउण की आमद दे विच। इसी तरह प्यारिओ तमाम जितनियां भी शक्तियां ने, मैं बेनती करा ये कोई अथ कथनी ना समझ लेना। कई बारी असी बैठे हाँ असी सोचते हैं जी ये किवें। मैं बेनती करा जिस शरीर के अंदर करता पुरख जी का निवास हो जाता आ, जिस शरीर के अंदर परमात्मा आप प्रगट हो जाता आ, तो मैं बेनती करा सिमरन केवल एक आप कह देंगे आ जी ये सिमरन है। ये धन गुरु ग्रंथ साहिब ते सुखमणी साहिब जी की बाणी दे विच धन गुरु अर्जन देव जी महाराज ने सिमरन की डेफिनेशन करनी है। हर सिमरन मह आप निरंकार। प्रभ कै सिमरन की अवस्था वह है जिथे रब आप दिल में आके बैठ जाता है। चित्त दे विच जिथे परमेश्वर बैठ जाए ना, वह है प्रभ का सिमरन। वॉट डज इट मीन प्रभ का सिमरन? वेरी क्विकली मैं थोड़ी अंग्रेजी भी बोलांगा। देयर इज अ फ्यू किड्स सिटिंग हियर टुडे फॉर दैट रीजन। प्रभ कै सिमरन, Simran means when God sits inside you. Simran isn't just saying the name of God, that is jap. Simran is when every thought, every part of you, every part of your body is repeating God's name. Every single thought is devoted to Akal Purkh. And Guru Granth Sahib Ji Maharaj says, Har Simran mein hai aap nirankara. When God himself sits inside you in every thought, that is where Har Simran, that is when Simran is happening. Simran एक अंदर दी ओ रहमत है जिथे मालक आप बैठ जाते ने। ते असी पढ़ते हैं गुरु ग्रंथ साहिब जी महाराज की बाणी अंदर, नस वंजो किल विखो करता घर आया। ओ किल विखो मेरे पापो। धन गुरु ग्रंथ साहिब जी महाराज की बाणी अंदर जो ये सिमरन की बख्शिश वरतदी है ना, तो सिमरन करने वाला सिमरन की बख्शिश जिहड़े अंदर वरतदी है, वो कहता भज जाओ पापो, भज जो बज्जर पाप किल विखने बज्जर पाप। तुहाडा हुण इस महल के अंदर निवास नहीं हो सकता। इस महल के अंदर करता पुरख वाहिगुरु जी का निवास हो गया। प्रभ कै सिमरन रिद सिद्ध नौ निध। जिस शरीर रूपी घर के अंदर परमात्मा जी का निवास हो जाता है, जिस दे अंदर परमात्मा प्रगट हो जाता है, सच्ची गल है प्यारिओ उस शरीर रूपी घर के मगर मगर रिद्धियां सिद्धियां नौ निधियां ये हथ जोड़ के खड़ियां हो जांदियां। रिद्ध सिद्ध नाम है की दासी। खैर प्यारिओ थोड़ा अगाह नूं चलिए। दिस लाइन ऑफ सुखमनी साहिब मीन्स प्रभ कै सिमरन रिद्ध सिद्ध नौ निध। सिमरन मीन्स every single breath being devoted to God, every single thought being devoted to God, every particle of your body feeling God's love, that is Prabhu Kai Simran. And when that happens, when God resides in you, when you realize that God is within, all of the powers of the world come and fall at your feet. प्यारिओ ये नाम सब तो उच्चा सब तो सच्चा ये नाम की बख्शिश ही हो जी है। प्यारिओ जिथे नाम आ जाता है उत्थे सारी दुनिया झुक जाती है। सो ऐसा हर नाम ध्याइए मन मेरे जो सबना उपर हुक्म चलाए। रिद्धियां उत्ते भी हुक्म चलता है, सिद्धियां उत्ते भी हुक्म चलता है, निधियां उत्ते भी हुक्म चलता है। पर गुरु के प्यारिओ ये अर्थ ये नहीं कि प्रभु सिमरन कर वाला इन्हां रिद्धियां सिद्धियां विच खचित हो जाता है। सच्ची गल है ਉਹਦੇ ਚਰਨਾਂ ਦੇ ਵਿੱਚ ਸਾਰੀਆਂ ਤਾਕਤਾਂ ਬੈਠੀਆਂ ਹੁੰਦੀਆਂ ਨੇ, ਪਰ ਪ੍ਰਭੂ ਸਿਮਰਨ ਕਰਨ ਵਾਲਾ ਫਿਰ ਵੀ ਕੇਵਲ ਕਹਿੰਦਾ ਮੈਨੂੰ ਤਾਂ ਕੇਵਲ ਪਰਮਾਤਮਾ ਹੀ ਚਾਹੀਦਾ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇਹਦੇ ਇਸ ਤੁਕ ਦੇ ਅਰਥ ਆਪਾਂ ਲੈ ਲਈਏ। ਇਹਦੇ ਅਰਥ ਇਹ ਨਹੀਂ ਅਸੀਂ ਕਹਿੰਦੇ ਜੀ ਸਾਨੂੰ ਰਾਜ ਨਹੀਂ ਚਾਹੀਦਾ ਮੁਕਤੀ ਨਹੀਂ ਚਾਹੀਦੀ ਪਰਮੇਸ਼ਰ ਦਾ ਪਿਆਰ।
ना कोई सानू राज देण लई तैयार, ना कोई सानू मुक्ति देण लई तैयार। असीं फिर भी कहंदे नहीं, ये अर्थ गहरे ने कि दुनियावी राज उहदे चरनां विच आके बैठ गया या नाम सिमरन करन वाले ਜਿਹਦੇ अंदर सिमरन की बख्शिश वरतदी है ना, ਇਹਨੂੰ थोड़ी जी गहराई ਵਿੱਚ ਲਈਏ। दुनिया का राज ਉਹਦੇ ਪੈਰਾਂ ਵਿੱਚ आके झुकिया पिया आ। चार तरह ਦੀਆਂ ਜਿਹੜੀਆਂ ਮੁਕਤੀਆਂ ਨੇ ਉਹ ਉਹਦੇ ਚਰਨਾਂ 'ਚ आके झुक ਗਈਆਂ ਨੇ, पर वो फिर भी कह रहा राज ना चाहो मुक्त ना चाहो मनप्रीत चरण कमलारे। ये ਉਹਦੀ अवस्था है जिस गुरमुख के सामने ये सारियां ਜਿਹੜੀਆਂ दुनियावी शक्तियां हाथ जोड़ लेंदियां। राज ना चाहो मुक्त ना चाहो, I do not need worldly riches, I do not even need liberation. Manpreet Charan Kamalare, the only thing which I want is to be in love with Akal Purkh. What does that mean? That doesn't just mean like us, nobody's offering us anything. But those people who are coloured in God's love, the whole world can sit at their feet. But even then they will say the only thing I need is Nirankar, the only thing I need is Vaheguru. Aao प्यारियो, प्रभ कै सिमरन रिद सिद्ध नौ नित। पर प्यारियो निधियां पैरां विच होण, सिद्धियां जिहड़ियां हथ जोड़ के खड़ियां होण, रिद्धियां जिहड़ियां वो सारियां चरनां विच आके ढह जांदियां ने। पर सिमरन वाले दे अंदर होर किहड़ी बख्शिश वरतदी आ? प्रभ कै सिमरन ज्ञान ध्यान तत बुद्ध। तत जिहड़ा आ वो ज्ञान नाल भी लगेगा, ध्यान नाल भी लगेगा, बुद्ध दे नाल भी लगेगा। तत्त दे अर्थ इत्थे ने परमात्मा। वखरे वखरे गुरमुख प्यारियां ने अर्थ कीते आ। तत्त दे अर्थ कि मिथ्या दा ते सत जान लेना भी है की ते की नहीं है, झूठ की ते सच की। पर मैं बेनती करा, परमात्मा तो बिना कोई सच नहीं संसार दे अंदर। परमात्मा ही सत नाम है, परमात्मा ही सत स्वरूप है, परमात्मा ही है जो सदा रहन वाला आ। धन गुरु ग्रंथ साहिब जी महाराज, धन गुरु अर्जन देव जी महाराज कहते जदों प्रभु का सिमरन तेरे अंदर वस जाता है ना, तो सिमरन है ही वो अवस्था जदों अंदर परमात्मा की याद वस जाती है। जदों प्रभु सिमरन की तेरे ते बख्शिश होगी ना गुरमुखा, फिर उस वेले ज्ञान तत्त का ज्ञान हो जाएगा, ब्रह्म का ज्ञान। तेरे अंदर का जिहड़ा ज्ञान है, ज्ञान के अर्थ केवल किसी बारे नहीं जानना। मैं कई बारी बेनती करना, ज्ञान के अर्थ ने किसी नूं जानना। हुण प्यारिया तैनू ज्ञान है दुनिया का, हुण तैनू ज्ञान है कि आ इन्ना टैक्स भरना आ फलानी चीज़ का इन्ना मुल आ फलाना बंदा इत्थे रहिंदा, इहदा नंबर ये है, नंबर ही कंठ बंदे करी जाते दुनिया के अंदर। कोई होर चीज़ां दुनिया दी यही लगे रहिंदे आ भी इन्हां दा ज्ञान हो जाए। पर धन गुरु ग्रंथ साहिब जी महाराज कहते प्रभु सिमरन की अवस्था इहो जी है जिथे आके परमात्मा का मिलाप हो जाता, जिथे आके परमात्मा का ज्ञान हो जाता है, जिथे आके परमात्मा नूं जाणिया जाता है, जिथे आके परमात्मा के आनंद नूं माणिया जाता है। हुण साडे ध्यान दे विच साडे बच्चे ने ना बैठे, असीं गुरुद्वारे बैठे हाँ, साडे ध्यान दे अंदर बच्चे बैठे आ, साडे ध्यान दे अंदर काम बैठा है, साडे ध्यान दे अंदर अज दा शेड्यूल पिया है, अज मैं आ करना है, अज मैं उत्थे जाना है। इत्थे बैठिया होए भी ध्यान दे विच इह गल चलदी है। पर धन गुरु अर्जन देव जी महाराज कहते जिस दे अंदर प्रभु दे सिमरन की बख्शिश वरतदी है ना, उहदे ध्यान विच भी केवल परमात्मा ही परमात्मा है। तत्त दा ध्यान ही तत्त दा धरता है। तो ये सारियां बख्शिशां कदों हुंदियां ने? प्रभ कै सिमरन ज्ञान ध्यान तत्त बुद्ध। जदों बुद्धि जिहड़ी आ उहदा कंडा बंदे दे हत्थ विच नहीं रह जांदा। सिमरन करदिआं हुण असीं तोलदे आ ना अपनी बुद्धि दे नाल, आ गल चंगी है, आ गल मंदी है, आ गल सही है, आ गल नहीं है। पर जदों प्रभु सिमरन दी अंदर बख्शिश वरतदी है ना, उदों कंडा परमात्मा दे हाथ च आ जाता। जिन्हों महापुरख कहते सी आत्म विषैणी बुद्धि। ये अर्थ बड़े सिंपल ने, मैं तुहाडे सामने रखा। वो बुद्धि जो आत्मा की रोशनी विच सब कुछ देख रही, वो बुद्धि नहीं जो संसारिक तल के उत्ते डिसीजन लैंदी है। वो बुद्धि जो ये कहती है ऐसा काम भूले ना कीचै जित अंत पछताई है। वो बुद्धि जो कहती है पर का बुरा ना रखो चीत तुमको दुख नहीं भाई मीत। वो बुद्धि जो कहती है प्राणी तू आया लाहा लैन
लगा कित को फकड़े सब मुकदी चली रहन। ये बख्शिश हो जाती है सिमरन दे नाल। That remembrance of God which is continuous. Simran means continuous remembrance which never breaks even when your body breaks. Dhan Guru Granth Sahib Ji Maharaj says, Gyan, Dhyan, Tat Bodh. Now you have knowledge of the world. When the remembrance of God, when you know who you really are, your soul, then you get knowledge of God. Then your focus goes into Akal Purkh. Tat Bodh. And you're conscious. That thing which makes decisions in you, that is no longer in your hands, that goes into the hands of God. Prabh kai simran jap tap puja. Dhan Guru Arjan Dev Ji Maharaj bakshish ਕਰਦੇ ਨੇ ਜਿਸ ਦੇ ਅੰਦਰ ਪ੍ਰਭੂ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਮੂਹ ਜਪਾਂ ਦਾ ਫਲ, ਤਪ ਦਾ ਫਲ, ਪੂਜਾ ਦਾ ਫਲ ਉਹਨੂੰ ਸੁਤੇ ਸਿੱਧ ਮਿਲ ਜਾਂਦਾ ਹੈ। ਇਹਦੇ ਅਰਥ ਕੀ ਨੇ ਪਿਆਰਿਓ? ਮੈਂ ਬੇਨਤੀ ਕਰਾਂ, ਸਿਮਰਨ ਹੀ ਉਹਦਾ ਜਪ ਹੋ ਜਾਂਦਾ ਹੈ। ਸਿਮਰਨ ਉਹ ਜਪ ਹੈ। ਹੁਣ ਅਸੀਂ ਜਪਦੇ ਹਾਂ ਨਾ, ਤੇ ਘੰਟਾ ਜਪ ਕੇ ਤੇ ਅੱਧਾ ਘੰਟਾ ਜਪ ਕੇ ਘੰਟਾ ਬਾਣੀ ਪੜ੍ਹ ਕੇ ਤੇ ਫਿਰ ਅਸੀਂ ਰੁਕ ਜਾਂਦੇ ਹਾਂ ਨਾ। ਪ੍ਰਭ ਕਹੇ ਸਿਮਰਨ ਦੀ ਅਵਸਥਾ ਉਹ ਹੈ ਜਿੱਥੇ ਜਪ ਖਤਮ ਨਹੀਂ ਹੁੰਦਾ। ਅਜਪਾ ਜਾਪ ਨਾ ਵੀਸਰੈ। ਇਹ ਉਹ ਅਵਸਥਾ ਹੈ ਪ੍ਰਭ ਕਹੇ ਸਿਮਰਨ ਦੀ, ਜਿੱਥੇ ਜਪ ਹੋ ਰਿਹਾ ਆ, ਕੰਟੀਨਿਊਅਸ ਹੋ ਰਿਹਾ, ਦਿਨ ਰਾਤ ਹੋ ਰਿਹਾ ਆ, ਜਿਹਦੇ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੱਲ ਸਾਨੂੰ ਬਖਸ਼ਿਸ਼ ਕੀਤੀ ਸੀ। ਪ੍ਰਭ ਕਹੇ ਸਿਮਰਨ ਅਨਦਿਨ ਜਾਗੈ। ਪ੍ਰਭ ਕਹੇ ਸਿਮਰਨ ਜਪ। ਪ੍ਰਭੂ ਦੇ ਸਿਮਰਨ ਕਰਦਿਆਂ ਜਾਪ ਚੱਲਦਾ ਹੀ ਰਹਿੰਦਾ ਆ। ਅਸੀਂ ਪੜ੍ਹਦੇ ਹਾਂ ਨਾ, ਜਾਪ ਸੋ ਅਜਪਾ ਜਾਪੇ। ਪਰ ਮੈਂ ਬੇਨਤੀ ਕਰਾਂ, ਅਜਪ ਤੱਕ ਜੇ ਪਹੁੰਚਣਾ ਹੈ ਤੇ ਜਪ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਇਹ ਭੁਲੇਖਾ ਕੱਢ ਦਿਓ ਦਿਲ ਚੋਂ ਕਿ ਅਜਪਾ ਤੱਕ ਪਹੁੰਚਣ ਵਾਸਤੇ ਕੋਈ ਹੋਰ ਰਸਤਾ ਹੈ। ਜਪਾਂਗੇ, ਜ਼ੁਬਾਨ ਉੱਤੇ ਰੱਬ ਦੇ ਨਾਮ ਨੂੰ ਟਿਕਾਵਾਂਗੇ। ਮੈਂ ਬੇਨਤੀ ਕਰਾਂ, ਇੱਕ ਦਿਨ ਰੱਬ ਦਾ ਨਾਮ ਅੰਦਰ ਟਿਕ ਜਾਏਗਾ। ਇਹ ਭਾਈ ਵੀਰ ਸਿੰਘ ਜੀ, ਮੈਂ ਪਿਛਲੇ ਸਾਲ ਸਨ ਹੋਜ਼ੇ ਵਿਖੇ ਕਥਾ ਕਰਦਿਆਂ ਵੀ ਇਹ ਭਾਈ ਵੀਰ ਸਿੰਘ ਦੀ ਇੱਕ ਪੋਇਮ ਜਿਹੜੀ ਆ ਉਹ ਸਾਂਝੀ ਕੀਤੀ ਸੀ ਕਿ ਲੱਗੇ ਪਿਆਰ ਤੇ ਪਿਆਰੜਾ ਪਾਸ ਵਸੇ, ਕਦੇ ਅੱਖੀਆਂ ਤੋਂ ਨਾ ਹੋਏ ਓਲੇ, ਕਦੇ ਅੱਖੀਆਂ ਤੋਂ ਜੇ ਹੋਏ ਓਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਲੇ, ਸੂਰਤ ਉਸ ਦੀ ਦਿਲੋਂ ਜੇ ਹੋਏ ਓਲੇ, ਨਾਮ ਜੀਵ ਤੋਂ ਕਦੇ ਨਾ ਹੋਏ ਓਲੇ, ਨਾਮ ਜੀਵ ਤੋਂ ਕਦੇ ਜੇ ਹੋਏ ਓਲੇ, ਜਿੰਦ ਦੇ ਤੋਂ ਸ਼ਾਲਾ ਤਦ ਹੋਏ ਓਲੇ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕਹਿੰਦੇ ਜਦੋਂ ਕਿਸੇ ਨਾਲ ਪਿਆਰ ਪੈ ਜਾਂਦਾ ਹੈ ਨਾ, ਤੇ ਉਸ ਵੇਲੇ ਬੰਦਾ ਕਹਿੰਦਾ ਕਿ ਮੈਂ ਆਪਣੇ ਪਿਆਰੇ ਦੇ ਸਾਹਮਣੇ ਬੈਠਾ ਰਹਾਂ, ਤੇ ਜੇ ਕੋਈ ਕਾਰਨ ਬਣ ਜਾਏ ਉਹ ਪਿਆਰਾ ਨਜ਼ਰ ਨਾ ਆਵੇ, ਫਿਰ ਉਸ ਪਿਆਰੇ ਦਾ ਧਿਆਨ ਧਰ ਕੇ ਉਹਦੀ ਸੂਰਤ ਨੂੰ ਆਪਣੇ ਦਿਲ ਵਿੱਚ ਉਹ ਵਸਾ ਕੇ ਰੱਖਦਾ ਹੈ। ਤੇ ਜੇ ਇਹੋ ਜਿਹਾ ਸਮਾਂ ਆ ਜਾਏ ਜਿੱਥੇ ਉਸ ਪਿਆਰੇ ਦੀ ਸੂਰਤ ਵੀ ਜਿਹੜੀ ਆ ਉਹ ਵੀ ਭੁੱਲ ਜਾਏ, ਤੇ ਫਿਰ ਉਹ ਆਪਣੇ ਪਿਆਰੇ ਦੇ ਨਾਮ ਨੂੰ ਜਿਹੜਾ ਹੈ ਵਾਰ-ਵਾਰ ਯਾਦ ਕਰਦਾ ਆ, ਵਾਰ-ਵਾਰ ਯਾਦ ਕਰਦਾ ਆ। ਤੇ ਉਹ ਕਹਿੰਦਾ ਆ, ਪਿਆਰ ਵਾਲਾ ਕਹਿੰਦਾ, ਹੇ ਰੱਬਾ, ਜਾਂ ਮੈਨੂੰ ਜਿਸ ਨਾਲ ਮੈਂ ਪ੍ਰੇਮ ਕਰਦਾ ਉਹਦੀ ਸੰਗਤ ਦੇ ਬਖਸ਼, ਜਾਂ ਮੈਨੂੰ ਉਹਦੀ ਸੂਰਤ ਬਖਸ਼, ਜਾਂ ਮੈਨੂੰ ਉਹਦੇ ਨਾਮ ਦੇ ਨਾਲ ਜੋੜਿਆ ਰੱਖੀ। ਜਿਸ ਦਿਨ ਮੇਰੀ ਨਾਮ ਉਹਦੇ ਨਾਮ ਦੇ ਨਾਲੋਂ ਲਿਵ ਟੁੱਟ ਜਾਏ, ਉਸ ਦਿਨ ਮੇਰੀ ਜ਼ਿੰਦਗੀ ਖਤਮ ਹੋ ਜਾਏ। ਇਹਨੂੰ ਥੋੜ੍ਹਾ ਜਿਹਾ ਦੂਸਰੇ ਪਾਸਿਓਂ ਆਪਾਂ ਦੇਖ ਲਈਏ ਇਸ ਪੋਇਮ ਨੂੰ। ਪਿਆਰਿਓ, ਬੰਦਾ ਜਿਹੜਾ ਆ, ਸੱਚੀ ਗੱਲ ਹੈ, ਲੱਗਦਾ ਹੈ ਕਿ ਜਿਉਂਦਾ ਆ, ਪਰ ਸੱਚੀ ਗੱਲ ਇੱਕ ਲਾਸ਼ ਦੀ ਨਿਆਈ ਤੁਰਿਆ ਫਿਰਦਾ ਸੰਸਾਰ ਦੇ ਅੰਦਰ। ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹਦੇ ਆ ਨਾ, ਅੰਦਰ ਕੰਬ ਜਾਂਦਾ। ਮਹਾਰਾਜ, ਲਾਜ ਮਰੈ ਜੋ ਨਾਮ ਨਾ ਲੇਵੈ, ਜਿਹਦੇ ਅੰਦਰ ਨਾਮ ਦੀ ਬਖਸ਼ਿਸ਼ ਨਹੀਂ, ਉਹ ਲੱਜਾ ਦੇ ਨਾਲ ਮਰ ਜਾਏ। ਵਾਹਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਨਾਮ ਬਿਹੂਨ। ਉਹ ਸਿੱਖਾ, ਨਾਮ ਦੀ ਪ੍ਰਾਪਤੀ ਤੋਂ ਬਿਨਾਂ ਤੂੰ ਸੁਖੀ ਤਰ੍ਹਾਂ ਸੌਂਦਾ ਕਿਉਂ ਹੈ। कबीर केसो केसो कूकिए ना सोइए आसार, रात दिवस के कूकने कबू के सुने पुकार। प्रभ कह सिमरन जप की गल हो रही है। प्यारिओ,
भाई वीर सिंह जी कहते ने, कहते प्यारिया तू एक काम कर, जे तेरे कोल तू उस रब नूं अनुभव नहीं किया, जे तैनू उस रब की सूरत का नहीं पता, तो गुरु पूरे ने तेनू रब का वो नाम बख्श दिता आ। तू एक काम कर, इस नाम नूं अपनी जबान उत्ते वसा के रख, वार वार गुरु पूरे दी बख्शे हुए मंत्र नूं, गुरु पूरे दी बख्शी हुई बाणी नूं वार वार पढ़, वार वार पढ़। एक दिन आवेगा इस बाणी नूं जपदियां, इस गुरमंत्र नूं जपदियां उस प्यारे प्रीतम की सूरत मिल जाएगी। जिन्हों उस प्यारे प्रीतम की सूरत मिल गई ना, उन्होंने वो प्यारा प्रीतम आप मिल जाता है। गुरु ग्रंथ साहिब जी की बाणी विच देखिए जी, मैं बेनती करा आपां एक ओंकार वाले अंग तो ना शुरू करिए, तत् करे तो शुरू करिए। प्रभ कह सिमरन जप तप पूजा। प्यारिओ जदों गुरु ग्रंथ साहिब जी के तत्करे के दर्शन करते हैं ना, तो महाराज साहब के तत्करे दे विच ना पुरातन समय दे विच लिखिया हुंदा सी, सब तो पहला टाइटल सी जप निशान। तत्करा मीनस कॉन्टेंट्स ऑफ गुरु ग्रंथ साहिब। दूसरे नंबर ते लिखिया हुंदा सी सो दर, तीसरे नंबर ते लिखिया हुंदा सी सो पुरख, चौथे नंबर उत्ते लिखिया हुंदा सी सो हिला। इहदे अर्थ विद्वानां ने बड़े सुंदर कीते आ। कहंदे गुरु ग्रंथ साहिब जी महाराज निशान दे अर्थ ने राहदारी, वीज़ा। जिवें तुहाडे देश नूं आउण वास्ते मैनूं लैना पिया एस्टा, राहदारी पासपोर्ट, जिहदे नाल पहुंचिया जावे उहनूं कहंदे निशान। गुरु ग्रंथ साहिब जी का तत्करा कह रहा है, मेरे धन गुरु ग्रंथ साहिब जी कह रहे ने जप ओ राहदारी है, जप ओ वीज़ा आ, जप ओ रस्ते दा तेरे पेपर ने, तेरे कागज ने। जिस सिख दे कोल जप दी राहदारी होवेगी वो 100 दर तक परमात्मा के दर तक पहुँच जाएगा। जिहड़ा परमात्मा के दर तक पहुँच जाएगा 100 दर, 100 दर दे उत्ते फिर 100 पुरख, उस अकाल पुरख का मेल हो जाएगा। जदों अकाल पुरख का मेल हो जाएगा फिर की होवेगा, तेरी जिंदगी एक खुशी का गीत, एक सोहला बन जाएगा। जप दी राहदारी नाल 100 दर, 100 दर ते पहुंच के 100 पुरख नाल मिलाप। जिस दिन उस अकाल पुरख का मिलाप हो जाएगा ना, उस दिन आनंद ही आनंद हो जाएगा जिंदगी के अंदर। प्रभ कह सिमरन जप। मैं बेनती करा, जप का फल है सिमरन। जपदियां जपदियां जो गुरु पूरे की बख्शिश हो जाती है, फिर अंदर का जाप अजपा चलता है। धन गुरु ग्रंथ साहिब जी महाराज दूसरी बख्शिश करते हैं तप। तप के अर्थ ने प्यारिओ, अखरी अर्थ ने कि जलाउणा किसी चीज़ नूं। मैं बेनती करा, सिमरन इहो जिहा तप है ना, पापां दे पहाड़ जिहड़े आ वो प्रभु का सिमरन साड़ के सुआह कर दिता है। प्रभ कह सिमरन जप तप पूजा। असी पढ़ते हैं ना, धन गुरु ग्रंथ साहिब जी कहते घोर दुखियं, अत दा बंदा दुखी होवे, घोर दुखियं अनक हत्यंग जन्म दरिद्रंग मां विख्यात। सब तो पहली गल कि घोर दुखी होवे बंदा। अनक हत्यंग, उस बंदे ने एक पाप ना किया होवे। हत्यंग मीनस मर्डर, घोर दुखियं अनक हत्यंग। अनक दे अर्थ ने अनेक, जिहड़े गिणती विच ना आ सके। घोर दुखियं अनक हत्यंग जन्म दरिद्रंग, जन्म तो लैके मौत तक उस बंदे ने कोई भी काम ना किया होवे, दरिद्री ही होवे, कुछ भी ना किया होवे। घोर दुखिंग अनक अतिंग जन्म दारिद्रंग महाभिख्यादंग, दिन रात जहर दे विच ग्रस्त होवे। मिटंत सगल, ये सारे नाश हो जाणगे। धन गुरु अर्जन देव जी महाराज कहंदे बंदिया तू निढाल ना हो। जे अंदर पापां दे पहाड़ बने पे आ, जे अंदर पापां दे जंगल बने पे आ, जे अंदर पापां दे खजाने भरे पे आ, तू निराश ना हो। अनेका हत्यां वाला भी माफ हो सकदा आ। जिस दे जिंदगी दे विच कुछ भी ना कीता वो भी बख्शिया जा सकता है। धन गुरु ग्रंथ साहिब जी महाराज कहते मिटंत सगल सिमरंत हर नाम। जो प्रभ कह सिमरन दी अंदर बख्शिश वरतदी है ना,
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਅਨੇਕਾਂ ਹੱਤਿਆਂ ਵੀ ਨਾਸ ਹੋ ਜਾਂਦੀਆਂ ਨੇ, ਘੋਰ ਦੁੱਖ ਵੀ ਨਾਸ ਹੋ ਜਾਂਦਾ ਆ, ਜਨਮ ਦਾ ਦਰਿਦਰਪੁਣਾ ਵੀ ਨਾਸ ਹੋ ਜਾਂਦਾ ਆ, ਬਿਖ ਵੀ ਜਿਹੜਾ ਉਹ ਅੰਮ੍ਰਿਤ ਬਣ ਜਾਂਦਾ ਆ। ਮਿਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਗੁਰੂ ਕੇ ਪਿਆਰਿਓ ਇੱਕ ਨਿੱਕਾ ਜਿਹਾ ਤੀਲਾ ਜਿਹੜਾ ਆ, ਬਸ ਉਹਨੂੰ ਅੱਗ ਦੀ ਚਿੰਗਾਰੀ ਜਿਹੜੀ ਮਿਲ ਜਾਏ, ਉਹ ਨਿੱਕਾ ਜਿਹਾ ਤੀਲਾ ਜੰਗਲਾਂ ਦੇ ਜੰਗਲਾਂ ਨੂੰ ਫੂਕ ਕੇ ਸਵਾਹ ਕਰ ਦਿੰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਜਿਹੜਾ ਆ ਤੇਰੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਸਾੜ ਕੇ ਸਵਾਹ ਕਰ ਦੇਗਾ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਇੱਕ ਪੂਜਾ ਹੁੰਦੀ ਹੈ ਬਾਹਰ ਮੁਖੀ, ਇਹ ਤਿੰਨੋਂ ਚੀਜ਼ਾਂ ਵਾਸਤੇ ਹੈ। ਇੱਕ ਜਪ ਹੁੰਦਾ ਹੈ ਬਾਹਰ ਮੁਖੀ, ਪਰ ਪ੍ਰਭ ਕੈ ਸਿਮਰਨ ਉਹ ਜਪ ਹੈ ਜੋ ਅੰਤਰਮੁਖੀ ਚੱਲਣ ਲੱਗ ਪੈਂਦਾ। ਇੱਕ ਤਪ ਹੈ ਬਾਹਰ ਮੁਖੀ, ਗੁਰੂ ਘਰ ਦੀ ਸੇਵਾ ਕਰਨੀ, ਇਹ ਵੀ ਇੱਕ ਤਪ ਹੈ। ਗੁਰਸੇਵਾ ਤਪਾ ਸਿਰ ਤਪ ਸਾਰ। ਪਰ ਪਿਆਰਿਓ ਜਦੋਂ ਅੰਦਰ ਸਿਮਰਨ ਦੀ ਬਖਸ਼ਿਸ਼ ਵਰਤੀ ਹੈ, ਇਹ ਅੰਤਰਮੁਖੀ ਤਪ ਹੈ। ਇੱਕ ਪੂਜਾ ਹੈ ਬਾਹਰ ਮੁਖੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਮੱਥਾ ਟੇਕਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਚੌਰ ਸਾਹਿਬ ਦੀ ਸੇਵਾ ਕਰਨੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰਮਾਲੇ ਅਰਪਣ ਕਰਨੇ, ਹੋਰ ਪੂਜਾ ਕਰਨੀ। ਪਰ ਅੰਤਰਮੁਖੀ ਪੂਜਾ ਉਹ ਹੈ ਪੂਜਾ ਕੀਚੈ ਨਾਮ ਧਿਆਈਐ। ਅੰਦਰ ਦੀ ਪੂਜਾ ਉਹ ਹੈ ਜਦੋਂ ਇੱਕ ਇੱਕ ਸਵਾਸ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। God's remembrance will burn away your sins. God's remembrance will become that jap which never ends. When you say Vaheguru, Vaheguru for 5 minutes, it stops. But Simran is that level where God's name is being repeated again and again. प्यारियो धन गुरु ग्रंथ साहिब जी महाराज बख्शिश करते ने, प्रभ कै सिमरन बिनसै दूजा। धन गुरु ग्रंथ साहिब जी महाराज धन गुरु अर्जन देव साहिब जी महाराज कहते ने, कहते प्यारिया प्रभु का सिमरन जिहड़ा आ ਉਹ अंतरमुखी जप है, अंतरमुखी तप है, अंतरमुखी पूजा है। तो सच्ची गल सिमरन की जो रौ अंदर चलती है ना, जो सिमरन की बख्शिश होंदी है, कहते उदों दूजा रह ही नहीं जाता। जिथे एक ओंकार बैठ जाए उत्थे होर कौन बह सकता है। मैं एक थोड़ा जा ना भावें उस शब्द का प्रकरण वैराग वाल है, पर कई बारी मैं सोचता हुंदा पढ़ के उस शब्द नूं कि केवल 2 शब्द आपां उस दे विचों लैणे ने। वो शब्द है पंथ निहारै कामनी लोचन भरी ले उसासा उर ना भीजै पग ना खिसै हर दर्शन की आसा। बस आपां लोचन भरी जिहड़ा लै लेना विचों, क्योंकि समा इजाजत नहीं दिंदा ते उस शब्द का प्रकरण वैराग दा है। पर प्यारिओ लोचन भरी दे अर्थ समूह टीकाकारां ने कीते ने कि अखां दे विचों नैणा दे विचों नीर जिहड़ा वो भर आउणा, छलक उठना, उहनूं कहंदे लोचन भरी। पर पढ़दिआं मन विच आया जिहदे अंदर हरि दे दर्शन की आस जगदी है ना, ते जिन्हां दियां अखां दे विच आके रब बह जांदा आ, उन्हां दियां अखां विच दूसरे वास्ते जगह रही नहीं जाती। लोचन भरी, अखां भरियां गईयां। भाई कन्हैया जी दियां अखां भरियां सन। उन्हां अखां दे विच हिंदू मुसलमान सिख ईसाई, उच्चा नीवा, राजा ते भिखारी, इन्हां चीज़ां वास्ते तो जगह ही नहीं सी रह गई, क्योंकि उन्हां अखां दे विच कलगीधर बैठ के सी। जिथे करता पुरख जी निवास करते हैं उत्थे होर की रहेगा। प्रभ कह सिमरन बिन सै दूजा। धन गुरु ग्रंथ साहिब धन गुरु अर्जन देव जी महाराज कहते ने, जदों प्रभु सिमरन की बख्शिश अंदर वरतदी है, कहते दूजा रह ही नहीं जाता, केवल एक ओंकार ही रह जाता। फिर बंदा कहता है साहिब मेरा एको है भाई एको है। सब कुछ मिट जाता है, केवल एक ही रह जाता है। बड़ी वड्डी अवस्था जे, केवल एक ही होना। ब्रह्म दिसै ब्रह्म सुनिए, एक एक वखाणिए, आत्म पसारा करनहारा। ये अवस्था जी
ब्रह्म दिसै ब्रह्म सुनिए बिनसै दूजा, ब्रह्म ही ब्रह्म है वाहिगुरु ही वाहिगुरु है, सब गोबिंद है सब गोबिंद है, गोबिंद बिन नहीं कोई। घट घट मैं हर जू बसै संतन कहो पुकार। फिर पुकार उठते ने जिन्हां संतां महापुरखां नाम रसियां दे अंदर प्रभु के सिमरन की बख्शिश वरतदी आ। वो कहंदे कोई होर है ही नहीं, दुनिया भुलेखे च जी रही आ, इक्को ही है। धन गुरु अर्जन देव जी महाराज कहते ने प्रभ कै सिमरन तीरथ इसनानी। धन गुरु अर्जन देव जी महाराज तीरथ दे अर्थ अखरी ये ने ओ जगह जिस ते जाके जिस जगह ते चल के यात्रा करके अंदर दे पाप जिहड़े आ वो विनाश हो, पापां दा नाश होवे, जिस जगह दा उहनूं तीरथ कहंदे। धन गुरु अर्जन देव जी महाराज कहंदे ने, कहंदे प्यारिया प्रभ का सिमरन जिहड़ा आ इहो जिहा तीरथ है। लोकी तां कुछ दिनां बाद, महीने बाद, सालां बाद जांदे ना तीर्थां ते। धन गुरु अर्जन देव जी महाराज कहंदे ਜਿਹਦੇ अंदर प्रभ कै सिमरन की बख्शिश वरतदी है, वो घर बैठा तीर्थां का इशनान कर रहा। तो मैं बेनती करा, पुरातन महापुरख एक शब्द वरतदे हुंदे सी, संत एक जंगम तीरथ है। वो तीरथ ने दुनिया के जिन्हां दे कोल सानू चल के जाना पैंदा है, पर जिस गुरमुख प्यारे दे अंदर प्रभ का सिमरन वरतदा है ना, वो चलदा फिरदा एक तीर्थ बन जाता है। प्रभ कै सिमरन तीरथ इसनानी। उस गुरमुख दे कोल जदों बहिंदे आ, सच्ची गल है प्यारे, उदों इस तरह लगता है जिवें थोड़ा जिहा पापां दा भार घट गया हुंदा। इस तरह लगता है कि हौले हौले महसूस होंदा है गुरमुखां दी संगत च बैठ के, क्योंकि प्रभ कै सिमरन तीरथ इसनानी। गुरु ग्रंथ साहिब जी महाराज की बाणी गुरु रामदास कहते ने, गंगा जमुना गोदावरी सरस्वती ते करे उद्यम धूर साधु की ताई। गंगा भी हाथ जोड़ के खड़ी है, जमुना भी हाथ जोड़ के खड़ी है, गोदावरी भी हाथ जोड़ के खड़ी है, सरस्वती भी हाथ जोड़ के खड़ी है। जितने भी पवित्र तीर्थ मन्ने जाते आ वो हाथ जोड़ के खड़े आ। कदों सानू संतां दी धूड़ मिले, साडे विच इशनान कर करके पापियां ने सानू भी दगत करके रख दिता आ। जे किते प्रभ कै सिमरन वाले दी सानू शोह मिल जाए, साडे पाप भी कट्टे जान। किलविक पाप भरे हमरे विच हमरी धू हमरी मैल साधु की धूर गवाई। एक गंगा जमुना गोदावरी सरस्वती कह रही ने, कहंदे साडे विच पापियां ने नहा नहा के साडे अंदर भी पाप की मैल जिहड़ी आ वो चढ़ा दिती है। साडे पापां नूं कट्टण वाले केवल साधु ने, जिन्हां दे अंदर प्रभ कै सिमरन की बख्शिश वरतदी। प्रभ कै सिमरन तीरथ इसनानी। जिस जिथे असीं पढ़दे अंतरगत तीरथ मल नाओ, प्रभु का सिमरन। तो मैं बेनती करा इत्थे रुक के, क्योंकि प्रकरण आया आपां ये ना खंडन करी जाइए जी हरमंदर साहब फला। ये मैं बेनती करा, हरमंदर साहब इहो जिहा तीरथ है जिथे प्रभ कै सिमरन वाले पता नहीं किन्ने बैठे ने, रोज़ किन्नियां बख्शिशां वाले बैठे ने, किन्नियां बख्शिशां वाले उन्हां स्थानां ते जांदे। आपां एक रस लगे रहंदे आ जी, नहीं। मैं बेनती करा केवल तीर्थां की गलती ना कढ़ी जाइए। गुरबाणी कह रही है, नावण चलने तीर्थी मन खोटे तन चोर। तू चलिया तीर्थ, उत्थे तीर्थ नूं मंदा नहीं आख्या, उत्थे तेरी बिरती नूं आख्या है। मैं बेनती करा गुरुद्वारे तू किहड़ी बिरती लैके आया? गुरुद्वारा माड़ा नहीं, किस बिरती नाल आ रहा है। खैर प्रभ कै सिमरन तीरथ इशनानी। जिहड़ा प्रभु का सिमरन करदा आ, जिथे वो बह जाता उत्थे तीर्थ बन जाता है। उत्थे ही लोग नमस्कारा करते हैं। प्रभ कै सिमरन दरगह मानी। हुण तू दुनिया के मान वडियाई वास्ते तुरिया फिरदा बंदिया। धन गुरु ग्रंथ साहिब जी महाराज कहते, मान अभिमान मध्य सो सेवक नाही। जदों तक दुनिया के मान के अंदर भुख रहेगी, उदों तक गुरु नानक के घर की सेवा तू नहीं कर सकता, नहीं कर सकता, नहीं कर सकता। गुरु ग्रंथ साहिब जी कह रहे।
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੈਨੂੰ ਸੁਕਰਾਤ ਦਾ ਇੱਕ ਬਚਨ ਯਾਦ ਆਇਆ। ਸੁਕਰਾਤ ਬੈਠੇ ਸੀ ਆਪਣੇ ਚੇਲਿਆਂ ਦੇ ਵਿੱਚ ਤੇ ਕਹਿੰਦੇ ਮੈਨੂੰ ਕੋਈ ਹਰਾ ਨਹੀਂ ਸਕਦਾ। ਡੰਕੇ ਦੀ ਚੋਟ ਤੇ ਦੋਵੇਂ ਹੱਥਾਂ ਦੀ ਤਾੜੀ ਮਾਰ ਕੇ ਉੱਚੀ ਉੱਚੀ ਹੱਸੇ, ਕਹਿੰਦੇ ਮੈਨੂੰ ਕੋਈ ਹਰਾ ਨਹੀਂ ਸਕਦਾ, ਕੋਈ ਨਹੀਂ ਜੰਮਿਆ ਮੈਨੂੰ ਹਰਾਉਣ ਵਾਲਾ। ਸੁਕਰਾਤ ਮੀਨਸ ਸੋਕਰਟੀਜ਼। ਸੁਕਰਾਤ ਹੱਸਿਆ, ਮੈਨੂੰ ਕੋਈ ਹਰਾ ਨਹੀਂ ਸਕਦਾ, no one can defeat me, ਮੈਨੂੰ ਕੋਈ ਹਰਾ ਨਹੀਂ ਸਕਦਾ। ਉਹ ਕਹਿੰਦੇ ਹੱਦ ਹੋ ਗਈ, ਸੁਕਰਾਤ ਜੀ ਇੰਨੇ ਨਿਮਰਤਾ ਵਾਲੇ ਆ, ਇਹ ਕਹੀ ਜਾਂਦੇ ਨੇ ਸਾਨੂੰ ਕੋਈ ਹਰਾ ਨਹੀਂ ਸਕਦਾ। ਇੱਕ ਉਹਨਾਂ ਦੇ ਚੇਲਿਆਂ ਵਿੱਚੋਂ ਇੱਕ ਬੋਲਿਆ ਜੀ, ਕਹਿੰਦਾ ਗੁਰੂਦੇਵ ਮੈਂ ਇੱਕ ਸਵਾਲ ਪੁੱਛਣਾ ਆਪ ਜੀ ਨੂੰ। ਤੁਸੀਂ ਕਹਿੰਦੇ ਹੋ ਕਿ ਉੱਚੇ ਬੋਲ ਨਾ ਬੋਲੀਏ, ਹੰਕਾਰ ਭਰੇ, ਤੇ ਇਹ ਆਪ ਜੀ ਕੀ ਬੋਲ ਰਹੇ ਹੋ? ਸੁਕਰਾਤ ਜੀ ਹੋਰ ਤਾੜੀ ਮਾਰ ਕੇ ਹੱਸੇ, ਕਹਿੰਦੇ ਮੈਨੂੰ ਕੋਈ ਹਰਾ ਨਹੀਂ ਸਕਦਾ ਕਿਉਂਕਿ ਮੇਰੇ ਦਿਲ ਦੇ ਅੰਦਰ ਕਿਸੇ ਨੂੰ ਜਿੱਤਣ ਦੀ ਲਾਲਸਾ ਹੈ ਨਹੀਂ। ਹਰਾਇਆ ਉਹਨੂੰ ਜਾਂਦਾ ਆ ਜਿਸ ਨੇ ਜਿੱਤਣ ਦੀ ਲਾਲਸਾ ਅੰਦਰ ਰੱਖੀ ਹੋਵੇ। ਸੁਕਰਾਤ ਕਹਿੰਦੇ ਮੈਂ ਤੇ ਪਹਿਲਾਂ ਹੀ ਹਾਰ ਚੁੱਕਾ ਹੈ, ਮੈਨੂੰ ਕੌਣ ਹਰਾਏਗਾ। ਇਹ ਕਹਿ ਰਹੇ ਨੇ ਪ੍ਰਭ ਕੈ ਸਿਮਰਨ ਦਰ ਗਏ ਮਾਨੀ। ਪਿਆਰਿਓ ਸੱਚੀ ਗੱਲ ਹੈ, ਜਦੋਂ ਪ੍ਰਭੂ ਸਿਮਰਨ ਦੀ ਬਖਸ਼ਿਸ਼ ਵਰਤਦੀ ਆ ਤੇ ਉਹਦੇ ਅੰਦਰ ਨਹੀਂ ਬਖਸ਼ ਵਰਤਦੀ ਜਿਹੜਾ ਦੁਨੀਆ ਦੇ ਮਾਣ ਦੀ ਵਡਿਆਈ ਦਾ ਭੁੱਖ ਰੱਖਦਾ ਆ। ਮੈਂ ਬੇਨਤੀ ਕਰਾਂ, ਸੱਚੀ ਗੱਲ ਹੈ, ਜਦੋਂ ਸਾਚੇ ਨਾਮ ਦੀ ਭੁੱਖ ਲੱਗਦੀ ਆ ਨਾ ਅੰਦਰ, ਜਦੋਂ ਪ੍ਰਭ ਕੈ ਸਿਮਰਨ ਦੀ ਅੰਦਰ ਬਖਸ਼ਿਸ਼ ਵਰਤਦੀ ਆ, ਕਹਿੰਦੇ ਬੰਦਿਆ ਹੁਣ ਤੂੰ ਦੁਨੀਆ ਦੇ ਮਾਣ ਸਤਕਾਰ ਵਾਸਤੇ ਤੁਰਿਆ ਫਿਰਦਾ, ਉਸ ਵੇਲੇ ਦਰਗਾਹ ਵਿੱਚ ਵੀ ਮਾਣ ਮਿਲਦਾ। ਰੇਰੇ ਦਰਗਹਿ ਕਹੇ ਨਾ ਕਹੂ ਆਓ ਬੈਠ ਆਦਰ ਸੁਭ ਦਿਓ। ਤੇ ਮੈਂ ਬੇਨਤੀ ਕਰਾਂ, ਸਮਾਂ ਭਾਵੇਂ ਹੋ ਚੁੱਕਾ ਆ, 2 ਮਿੰਟਾਂ ਦੇ ਵਿੱਚ ਸਮਾਪਤੀ ਕਰਾਂਗਾ। ਪ੍ਰਭ ਕੈ ਸਿਮਰਨ ਦਰ ਗਏ ਮਨ। ਫਰੀਦ ਜੀ 12 ਸਾਲ ਦੀ ਤਪੱਸਿਆ ਕਰਕੇ ਘਰੇ ਆਏ। ਉਹਨਾਂ ਦੇ ਮਾਤਾ ਜੀ ਦਾ ਨਾਂ ਸੀ ਮਾਤਾ ਮਿਰੀਅਮ। ਫਰੀਦ ਜੀ ਦਾ ਇੱਕ ਭਰਾ ਸੀ ਜਿਹਦਾ ਨਾਂ ਸੀ ਮੁਰੀਦ। ਫਰੀਦ ਜੀ ਨਾ ਉਹਨਾਂ ਦੇ ਭਰਜਾਈ ਜਿਹੜੀ ਆ ਉਹ ਕੇਸਾਂ ਵਿੱਚ ਤੇਲ ਪਾ ਰਹੇ ਸਨ ਤੇ ਇੱਕ ਢੋਲ ਦੇ ਵੱਜਣ ਦੀ ਆਵਾਜ਼ ਆਈ। ਫਰੀਦ ਜੀ ਕਹਿੰਦੇ ਇਹ ਢੋਲ ਕਾਹਤੋਂ ਵੱਜਦਾ ਹੈ ਮਾਂ? ਮਾਂ ਮਿਰੀਅਮ ਕਹਿੰਦੇ ਫਰੀਦਾ ਤੂੰ ਤੇ 12 ਸਾਲ ਜੰਗਲਾਂ 'ਚ ਗਵਾ ਲੈ, ਕਿਉਂਕਿ ਮਾਂ ਇਹੋ ਜਿਹੀ ਹੋਵੇ ਜਿਹੜੀ ਪਰਖੇ ਪੁੱਤਰ ਦੇ ਅੰਦਰ ਦੀ ਅਵਸਥਾ ਕੀ ਹੈ। ਇਹੋ ਜਿਹੀ ਮਾਂ ਸਨ। ਤਾਂ ਹੀ ਤਾਂ ਫਰੀਦ ਜੀ ਨੇ ਆਖਿਆ ਤਿੰਨ ਧਨ ਜਣੇਂਦੀ ਮਾਂ ਆਏ ਸਫਲ ਸੇ। ਆਪਣੀ ਮਾਂ ਨੂੰ ਯਾਦ ਕਰਕੇ ਕਿਹਾ ਹੋਣਾ ਇਹ ਸ਼ਬਦ। ਪਿਆਰਿਓ ਉਹ ਕਹਿੰਦੀ ਫਰੀਦਾ ਤੂੰ 12 ਸਾਲ ਗਵਾ ਲੈ, ਇਹਨਾਂ 12 ਸਾਲਾਂ ਦੇ ਵਿੱਚ ਤੇਰੇ ਭਰਾ ਮੁਰੀਦ ਨੇ ਇੱਕ ਚੱਕ ਬੰਨਿਆ, ਮੀਨਸ ਮੇਕ ਦ ਸਿਟੀ। ਚੱਕ ਬੰਨਿਆ ਮੀਨਸ ਮੇਡ ਅ ਸਿਟੀ, ਲੇਡ ਅ ਫਾਊਂਡੇਸ਼ਨ। ਜਿਹੜਾ ਚੱਕ ਬੰਨਿਆ ਨਾ ਉਹ ਉੱਥੇ ਖੁਸ਼ੀ ਹੋ ਰਹੀ ਹੈ, ਢੋਲ ਵੱਜਦੇ ਪਏ ਆ। ਫਰੀਦ ਜੀ ਹੱਸ ਪਏ, ਕਹਿੰਦੇ ਮਾਂ ਮੁਰੀਦ ਨੇ ਚੱਕ ਬੰਨਿਆ ਨਾ, ਢੋਲ ਵੱਜਦੇ ਆ। ਕਹਿੰਦੇ ਇਹ ਢੋਲ ਦੀ ਆਵਾਜ਼ ਕਿੰਨੀ ਕੁ ਦੂਰ ਤੋਂ ਆਉਂਦੀ ਹੈ? ਉਹ ਮਾਂ ਕਹਿੰਦੀ ਵੀ ਇਹ ਫਲਾਣੇ 5-10 ਕੋਹ ਤੱਕ ਇਹ ਢੋਲ ਦੀ ਆਵਾਜ਼ ਜਾਂਦੀ ਹੈ। ਫਰੀਦ ਜੀ ਕਹਿੰਦੇ ਮਾਂ ਮੇਰੇ ਅੰਦਰ ਪ੍ਰਭ ਕੈ ਸਿਮਰਨ ਦਾ ਢੋਲ ਗੰਢੀਂਦਾ ਪਿਆ ਏ। ਜਿਸ ਦਿਨ ਮੇਰਾ ਢੋਲ ਜਿਹੜਾ ਅੰਦਰ ਦੇ ਸਿਮਰਨ ਦਾ, ਪ੍ਰਭੂ ਦੀ ਯਾਦ ਦਾ, ਇਹ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ, ਕਹਿੰਦੇ ਰਹਿੰਦੀ ਦੁਨੀਆ ਤੱਕ ਇਸ ਢੋਲ ਦੇ ਜਿਹੜੇ ਡਗੇ ਆ ਦੁਨੀਆ ਅੰਦਰ ਸੁਣਾਈ ਦੇਣਗੇ। ਪ੍ਰਭ ਕੈ ਸਿਮਰਨ ਦਰ ਗਏ ਮਾਨੀ। ਜਿਨ੍ਹਾਂ ਨੂੰ ਦਰਗਾਹ ਤੋਂ ਮਾਣ ਮਿਲਦਾ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਦੁਨਿਆਵੀ ਮਾਣ ਮਿੰਟਾਂ ਦੇ ਵਿੱਚ ਬੇਇੱਜ਼ਤੀ ਦੇ ਵਿੱਚ ਬਦਲ ਜਾਂਦਾ ਆ। ਪਰ ਮੈਂ ਬੇਨਤੀ ਕਰਾਂ, ਜਿਸ ਦੇ ਅੰਦਰ ਪ੍ਰਭ ਕੈ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ, ਉਹਦੇ ਮਾਣ ਵਡਿਆਈ ਨੂੰ ਕੋਈ ਖੋ ਨਹੀਂ ਸਕਦਾ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਜਿਸ ਦੇ ਅੰਦਰ ਪ੍ਰਭੂ ਦੇ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ ਨਾ, ਉਹਦੇ ਕੋਲੋਂ ਬੁਰਾ ਨਹੀਂ ਹੁੰਦਾ। ਜੋ ਕਰਦਾ ਭਲਾ ਹੀ ਭਲਾ ਕਰਦਾ ਆ, ਕਿਉਂਕਿ ਪ੍ਰਮਾਤਮਾ ਅੰਦਰ ਵਸ ਜਾਂਦਾ ਆ। ਦੂਜੇ ਅਰਥ ਇਹ ਨੇ ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਜਦੋਂ ਪ੍ਰਭੂ ਦੇ ਸਿਮਰਨ ਦੀ ਦਾਤ ਅੰਦਰ ਇਹ ਵਰਤਦੀ ਹੈ ਨਾ, ਉਦੋਂ ਆਰਾ ਵੀ ਪਿਆਰਾ ਲੱਗਦਾ ਹੈ। ਜਦੋਂ ਪ੍ਰਭੂ ਦੇ ਸਿਮਰਨ ਦੀ ਦਾਤ ਅੰਦਰ ਬਖਸ਼ਿਸ਼ ਵਰਤਦੀ ਹੈ, ਉਦੋਂ ਬੱਚਿਆਂ ਦੇ ਟੋਟਿਆਂ ਦੇ ਜਿਹੜੇ ਹਾਰ ਆ ਉਹ ਵੀ ਇਹ ਕਲਗੀ ਵਾਲੇ ਦੀ ਬਖਸ਼ਿਸ਼ ਮਹਿਸੂਸ ਹੁੰਦੀ ਹੈ। ਹੋਏ ਸੋ ਭਲਾ। ਹੁਣ ਤਾਂ ਮੈਂ ਬੇਨਤੀ ਕਰਾਂ, ਬੰਦੇ ਨੂੰ ਭਲਾ ਹੀ ਨਹੀਂ ਭਲਾ ਲੱਗਦਾ। ਆਪਣਾ ਭਲਾ ਭਲਾ ਲੱਗਦਾ ਹੈ, ਦੂਜੇ ਦਾ ਭਲਾ ਜਿਹੜਾ ਬੁਰਾ ਲੱਗਦਾ। ਪਰ ਜਦੋਂ ਪ੍ਰਭ ਕੈ ਸਿਮਰਨ ਦੀ ਬਖਸ਼ਿਸ਼ ਵਰਤਦੀ ਹੈ ਨਾ, ਜੋ ਪਰਮਾਤਮਾ ਕਰਦਾ, ਮੀਤ ਕਰੇ
सोई हम माना, मीत के करतब कुशल समाना। प्रभ कै सिमरन सुफल फला। दुनिया के सारे फलों के विचों जिहड़ा सब तो सुंदर फल है, सब तो श्रेष्ठ फल है ब्रह्म ज्ञान का, वो प्रभ कै सिमरन वाले नूं प्राप्त हो जाता है। से सिमर है जिन्हें आप सिमराए। धन गुरु अर्जन देव जी महाराज बख्शिश करते ने, कहते प्यारिया तू जप कर, तू तप कर, तू सेवा कर गुरु नानक दे घर दी। जिस दिन गुरुपुरे की कृपा हो जाएगी ना, जिस दिन गुरु की कृपा होवे, आपां निराश नहीं होना। कई बार कहते जी साडे ते सिमरन की बख्शिश नहीं हुई। जिमीदार नूं बीज जिहड़ा वो धरती दे विच बोवना ही पैंदा आ, पर प्यारिओ वो बीज उगेगा कि नहीं, ये रब की रहमत होंदी है। तू बीज पा, नाम बीज संतोख सुहागा रख गरीबी वेस। तू बाणी पढ़, तू सिमरन कर, तू सेवा कर। से सिमर है जिन्हें आप सिमराए। सिमरन की बख्शिश जिहड़ी है गुरु नानक आप करनगे। तू बीज ते पा, नानक तां कह लागों पाए। धन गुरु अर्जन देव जी महाराज कहते जिन्होंने सिमरन की दात साई ने बख्शी है ना, मैं उन्होंने गुरमुख प्यारियां दे चरनां नूं स्पर्श करा। ये दूसरे अर्थ ये ने कि बंदिया जे तू चाहता मेरे उत्ते सिमरन की बख्शिश हो गया, नानक तां कह लागो पाए। तू गुरु नानक के चरनां नूं फड़ ला ते अरदास कर, बाबा जी मेरी झोली विच भी सिमरन की दात पाओ। आओ प्यारिओ, इतनियां बेनतियां प्रवान करनियां। थोड़ा जा समा ज़्यादा हो गया, आपने खिमा कर देना। I know I haven't spoken very much English, I didn't have time, but if you want to hear the meanings, you can sit with me now after the Diwan and I will go through it with you. खैर प्यारो, आओ भुल्लां चुक्कां ना चितारनियां। इस पौड़ी दियां अखीरलियां दो पंक्तियां पढ़ के समाप्ति करना करिए जी। से सिमर है जिन्हें आप सिमराए, नानक ताकै लागो पाए। वाहिगुरु जी का खालसा, वाहिगुरु जी की फतेह। सतनाम।